ਸਤਿ ਸ੍ਰੀ ਅਕਾਲ ਜੀ। ਐਗਜ਼ਾਮ ਪਲੱਸ ਐਜੂਕੇਸ਼ਨ ਵਿੱਚ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਅੱਜ ਆਪਾਂ ਇੱਕ ਤੇਜ਼ ਰਫ਼ਤਾਰ MCQ ਸਟਾਈਲ ਕੁਇਜ਼ ਕਰਨ ਜਾ ਰਹੇ ਹਾਂ, ਜੋ ਖਾਸ ਤੌਰ ਤੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਲਈ ਬਣਾਇਆ ਗਿਆ ਹੈ। ਤਾਂ ਫਿਰ ਤਿਆਰ ਹੋ ਸਾਰੇ? ਆਓ ਸ਼ੁਰੂ ਕਰੀਏ। ਅੱਜ ਦਾ ਇਹ ਵਿਚਾਰ ਸਾਡੇ ਇਸ ਸੈਸ਼ਨ ਤੇ ਬਿਲਕੁਲ ਸਹੀ ਬੈਠਦਾ ਹੈ। ਹਰ ਸਵਾਲ, ਭਾਵੇਂ ਜਵਾਬ ਸਹੀ ਹੋਵੇ ਜਾਂ ਗਲਤ, ਅੱਗੇ ਵਧਣ ਦਾ ਇੱਕ ਮੌਕਾ ਹੈ। ਤਾਂ ਆਪਣੀ ਹਰ ਗਲਤੀ ਨੂੰ ਇੱਕ ਪੌੜੀ ਸਮਝੋ ਤੇ ਅੱਗੇ ਵਧਦੇ ਜਾਓ। ਚਲੋ ਜੀ, ਸ਼ੁਰੂ ਕਰਦੇ ਹਾਂ ਆਪਣਾ ਪਹਿਲਾ ਦੌਰ, ਕਰੰਟ ਅਫੇਅਰਸ। ਇਹ ਸਾਰੇ ਸਵਾਲ 7 ਅਪ੍ਰੈਲ 2026 ਦੀਆਂ ਤਾਜ਼ਾ ਘਟਨਾਵਾਂ ਨਾਲ ਜੁੜੇ ਹੋਏ ਨੇ। ਦੇਖਦੇ ਹਾਂ ਕਿ ਇਸ ਦੀ ਕਿੰਨੀ ਕੁ ਤਿਆਰੀ ਹੈ। ਤਾਂ ਪਹਿਲਾ ਸਵਾਲ ਤੁਹਾਡੀ ਸਕਰੀਨ ਤੇ। ਬੈਂਕਾਕ ਵਿੱਚ ਹੋਈ ਵਿਸ਼ਵ ਤੀਰਅੰਦਾਜ਼ੀ ਪੈਰਾ ਸੀਰੀਜ਼ ਵਿੱਚ ਦੁਨੀਆ ਦੀ ਨੰਬਰ 1 ਖਿਡਾਰਨ ਸ਼ੀਤਲ ਦੇਵੀ ਨੂੰ ਹਰਾ ਕੇ ਸੋਨ ਤਮਗਾ ਕਿਸਨੇ ਜਿੱਤਿਆ? ਸੋਚੋ ਜ਼ਰਾ। ਅਤੇ ਸਹੀ ਜਵਾਬ ਹੈ ਪਾਇਲ ਨਾਗ। ਇਹ ਪੈਰਾ ਤੀਰਅੰਦਾਜ਼ੀ ਦੀ ਦੁਨੀਆ ਵਿੱਚ ਇੱਕ ਬਹੁਤ ਵੱਡਾ ਉਲਟਫੇਰ ਸੀ, ਇਸ ਲਈ ਇਹ ਨਾਮ ਜ਼ਰੂਰ ਯਾਦ ਰੱਖਣਾ। ਠੀਕ ਹੈ, ਅਗਲਾ ਸਵਾਲ ਹੈਲਥ ਸੈਕਟਰ ਤੋਂ ਹੈ। ਉਹ ਕਿਹੜਾ ਰਾਜ ਜਾਂ ਕੇਂਦਰ ਸ਼ਾਸਿਤ ਪ੍ਰਦੇਸ਼ ਹੈ ਜਿਸ ਨੇ ਅਨਮੋਲ ਯੋਜਨਾ ਸ਼ੁਰੂ ਕੀਤੀ ਹੈ, ਜਿਸ ਵਿੱਚ ਨਵਜਨਮੇ ਬੱਚਿਆਂ ਦੇ ਖੂਨ ਦੀ ਸਿਰਫ ਇੱਕ ਬੂੰਦ ਨਾਲ 56 ਤਰ੍ਹਾਂ ਦੇ ਟੈਸਟ ਕੀਤੇ ਜਾਣਗੇ? ਇਸ ਦਾ ਜਵਾਬ ਹੈ ਨਵੀਂ ਦਿੱਲੀ। ਅਨਮੋਲ ਯਾਨੀ ਕਿ ਐਡਵਾਂਸਡ ਨਿਊਬੋਰਨ ਮੋਨੀਟਰਿੰਗ ਐਂਡ ਆਪਟੀਮਲ ਲਾਈਫ ਕੇਅਰ। ਇਹ ਬੱਚਿਆਂ ਦੀ ਸਿਹਤ ਲਈ ਇੱਕ ਕ੍ਰਾਂਤੀਕਾਰੀ ਕਦਮ ਹੈ। ਸਿਰਫ ਇੱਕ ਬੂੰਦ ਖੂਨ ਤੇ 56 ਟੈਸਟ। ਚਲੋ ਹੁਣ ਖੇਤੀਬਾੜੀ ਵੱਲ ਚਲਦੇ ਹਾਂ। ਗਲੋਬਲ ਰਾਜਸਥਾਨ ਐਗਰੀਟੈਕ ਮੀਟ, ਜਿਸ ਨੂੰ ਗ੍ਰਾਮ 2026 ਵੀ ਕਹਿੰਦੇ ਨੇ, ਇਹ ਖੇਤੀਬਾੜੀ ਵਿੱਚ ਨਿਵੇਸ਼ ਵਧਾਉਣ ਲਈ ਕਿਸ ਸ਼ਹਿਰ ਵਿੱਚ ਹੋਵੇਗੀ? ਅਤੇ ਇਹ ਹੋਵੇਗੀ ਜੈਪੁਰ ਵਿੱਚ। ਮਕਸਦ ਸਾਫ਼ ਹੈ, ਰਾਜਸਥਾਨ ਦੇ ਖੇਤੀਬਾੜੀ ਸੈਕਟਰ ਨੂੰ ਹੋਰ ਮਜ਼ਬੂਤ ਕਰਨਾ। ਹੁਣ ਗੱਲ ਕਰਦੇ ਹਾਂ ਆਪਣੇ ਗੁਆਂਢੀ ਦੇਸ਼ ਦੀ। ਹਾਲ ਹੀ ਵਿੱਚ ਨੇਪਾਲ ਦੇ ਨਵੇਂ ਗ੍ਰਹਿ ਮੰਤਰੀ ਵਜੋਂ ਕਿਸਨੇ ਸਹੁੰ ਚੁੱਕੀ ਹੈ? ਇਹ ਇੱਕ ਮਹੱਤਵਪੂਰਨ ਨਿਯੁਕਤੀ ਹੈ। ਜਵਾਬ ਹੈ ਸੁਦਨ ਗੁਰੁੰਗ। ਯਾਦ ਰੱਖਣਾ, ਕਿਉਂਕਿ ਗੁਆਂਢੀ ਦੇਸ਼ਾਂ ਦੀਆਂ ਅਜਿਹੀਆਂ ਖਬਰਾਂ ਅਕਸਰ ਪੇਪਰਾਂ ਵਿੱਚ ਪੁੱਛੀਆਂ ਜਾਂਦੀਆਂ ਨੇ। ਖੇਡ ਜਗਤ ਤੋਂ ਇੱਕ ਦੁਖਦਾਈ ਖਬਰ ਨਾਲ ਜੁੜਿਆ ਸਵਾਲ ਹੈ। ਗੋਲਡਨ ਬੂਟ ਵਾਲੇ ਖਿਡਾਰੀ ਵਜੋਂ ਜਾਣੇ ਜਾਂਦੇ ਗਿਲਬਰਟਸਨ ਸੰਗਮਾ ਦਾ ਹਾਲ ਹੀ ਵਿੱਚ ਦੇਹਾਂਤ ਹੋ ਗਿਆ ਹੈ। ਉਹ ਕਿਸ ਖੇਡ ਦੇ ਸਿਤਾਰੇ ਸਨ? ਉਹ ਸਨ ਇੱਕ ਮਹਾਨ ਫੁੱਟਬਾਲਰ। ਗੋਲਡਨ ਬੂਟ ਵਾਲਾ ਖਿਡਾਰੀ, ਇਹ ਉਪਨਾਮ ਹੀ ਉਹਨਾਂ ਦੀ ਮਹਾਨਤਾ ਦੱਸਣ ਲਈ ਕਾਫੀ ਹੈ। ਇਤਿਹਾਸ ਦੇ ਪੰਨਿਆਂ ਤੋਂ ਇੱਕ ਬਹੁਤ ਹੀ ਦਿਲਚਸਪ ਸਵਾਲ। ਸ਼੍ਰੀ ਰਾਮਚਰਿਤਮਾਨਸ ਦੀ ਇੱਕ ਦੁਰਲੱਭ, ਲਗਭਗ 200 ਸਾਲ ਪੁਰਾਣੀ ਹੱਥ ਲਿਖਤ ਹਾਲ ਹੀ ਵਿੱਚ ਕਿਸ ਸ਼ਹਿਰ ਵਿੱਚੋਂ ਮਿਲੀ ਹੈ? ਇਹ ਕੀਮਤੀ ਖਜ਼ਾਨਾ ਮਿਲਿਆ ਹੈ ਅਯੋਧਿਆ ਵਿੱਚ। ਸੋਚ ਕੇ ਦੇਖੋ, 200 ਸਾਲ ਪੁਰਾਣੀ ਹੱਥ ਲਿਖਤ ਸੱਚਮੁੱਚ ਇੱਕ ਵੱਡੀ ਇਤਿਹਾਸਿਕ ਖੋਜ ਹੈ। ਚਲੋ ਹੁਣ ਦੇਸ਼ ਦੇ ਸਭ ਤੋਂ ਵੱਡੇ ਸਰਵੇਖਣ ਦੀ ਗੱਲ ਕਰਦੇ ਹਾਂ। ਭਾਰਤ ਦੀ ਜਿਹੜੀ ਜਨਗਣਨਾ 2027 ਵਿੱਚ ਹੋਣੀ ਹੈ, ਉਹ ਆਜ਼ਾਦੀ ਤੋਂ ਬਾਅਦ ਕਿੰਨਵੀਂ ਜਨਗਣਨਾ ਹੋਵੇਗੀ? ਤਾਂ ਇਹ ਹੋਵੇਗੀ ਆਜ਼ਾਦੀ ਤੋਂ ਬਾਅਦ 8ਵੀਂ ਜਨਗਣਨਾ। ਬਹੁਤ ਹੀ ਮਹੱਤਵਪੂਰਨ ਸਵਾਲ ਹੈ, ਇਸ ਨੂੰ ਪੱਕਾ ਯਾਦ ਕਰ ਲੈਣਾ। ਅਸੀਂ ਸਾਰੇ ਟ੍ਰੇਨਾਂ 'ਚ ਸਫ਼ਰ ਕਰਦੇ ਹਾਂ ਤਾਂ ਇਹ ਸਵਾਲ ਸਿੱਧਾ ਉਸ ਨਾਲ ਜੁੜਿਆ ਹੈ। ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ, ਜੋ ਅੱਜਕੱਲ੍ਹ ਖਬਰਾਂ ਵਿੱਚ ਹੈ, ਇਹ ਕਿਸ ਮੰਤਰਾਲੇ ਦੀ ਪਹਿਲ ਹੈ? ਬਿਲਕੁਲ ਸਹੀ, ਇਹ ਸਕੀਮ ਹੈ ਰੇਲ ਮੰਤਰਾਲੇ ਦੀ। ਇਸ ਯੋਜਨਾ ਦਾ ਮਕਸਦ ਦੇਸ਼ ਭਰ ਦੇ ਰੇਲਵੇ ਸਟੇਸ਼ਨਾਂ ਨੂੰ ਆਧੁਨਿਕ ਬਣਾਉਣਾ ਹੈ। ਹੁਣ ਇੱਕ ਥੀਮ ਬੇਸਡ ਸਵਾਲ। ਇੰਡੀਆ ਫਾਰਮਾ 2026 ਦੇ 9ਵੇਂ ਐਡੀਸ਼ਨ ਦਾ ਥੀਮ ਯਾਨੀ ਕਿ ਵਿਸ਼ਾ ਕੀ ਰੱਖਿਆ ਗਿਆ ਹੈ? ਇਸ ਦਾ ਥੀਮ ਹੈ ਡਿਸਕਵਰ ਇਨ ਇੰਡੀਆ, ਲੀਪਫ੍ਰੌਗਿੰਗ ਲਾਈਫ ਸਾਇੰਸਿਜ਼ ਇਨੋਵੇਸ਼ਨ। ਜੇ ਪੰਜਾਬੀ ਵਿੱਚ ਸਮਝੀਏ ਤਾਂ ਇਸ ਦਾ ਮਤਲਬ ਹੈ ਭਾਰਤ ਵਿੱਚ ਖੋਜ ਕਰੋ ਤੇ ਜੀਵਨ ਵਿਗਿਆਨ ਦੇ ਖੇਤਰ ਵਿੱਚ ਵੱਡੀ ਛਾਲ ਮਾਰੋ। ਇਹ ਸਵਾਲ ਬਹੁਤ ਹੀ ਵੱਖਰਾ ਤੇ ਦਿਲਚਸਪ ਹੈ। ਦੁਨੀਆ ਦਾ ਉਹ ਕਿਹੜਾ ਦੇਸ਼ ਹੈ ਜਿਸ ਨੇ ਸੱਪਾਂ ਦੀ ਪਹਿਚਾਣ ਕਰਨ ਅਤੇ ਉਹਨਾਂ ਦੇ ਡੰਗਣ ਤੇ ਮੁੱਢਲੀ ਸਹਾਇਤਾ ਦੇਣ ਲਈ ਇੱਕ ਮੋਬਾਈਲ ਐਪ ਬਣਾ ਦਿੱਤੀ ਹੈ? ਉਹ ਦੇਸ਼ ਹੈ ਕੋਸਟਾ ਰੀਕਾ। ਟੈਕਨੋਲੋਜੀ ਦਾ ਕਿੰਨਾ ਵਧੀਆ ਇਸਤੇਮਾਲ ਹੈ ਨਾ? ਜਨਤਕ ਸੁਰੱਖਿਆ ਲਈ ਇੱਕ ਸ਼ਾਨਦਾਰ ਪਹਿਲ। ਵੋਟਿੰਗ ਨੂੰ ਵਧਾਉਣ ਲਈ ਕੀ ਨਹੀਂ ਕਰਨਾ ਪੈਂਦਾ? ਤਾਂ ਸਵਾਲ ਇਹ ਹੈ ਕਿ ਕਿਹੜੇ ਸੂਬੇ ਵਿੱਚ ਚੋਣ ਕਮਿਸ਼ਨ ਨੇ ਨੌਜਵਾਨ ਵੋਟਰਾਂ ਨੂੰ ਲੁਭਾਉਣ ਲਈ ਮੁਫਤ ਸਵਾਰੀ ਅਤੇ ਕੌਫੀ ਤੇ ਛੋਟ ਦੇਣ ਵਰਗੀਆਂ ਸਕੀਮਾਂ ਸ਼ੁਰੂ ਕੀਤੀਆਂ ਨੇ? ਇਹ ਕਮਾਲ ਦਾ ਆਈਡੀਆ ਲਾਗੂ ਕੀਤਾ ਹੈ ਕੇਰਲਮ ਨੇ। ਵੋਟਿੰਗ ਵਿੱਚ ਨੌਜਵਾਨਾਂ ਦੀ ਹਿੱਸੇਦਾਰੀ ਵਧਾਉਣ ਦਾ ਇੱਕ ਬਹੁਤ ਹੀ ਰਚਨਾਤਮਕ ਤਰੀਕਾ ਹੈ। ਬਾਰਡਰ ਰੋਡਸ ਆਰਗੇਨਾਈਜੇਸ਼ਨ ਯਾਨੀ BRO ਦੇਸ਼ ਲਈ ਬਹੁਤ ਅਹਿਮ ਕੰਮ ਕਰਦੀ ਹੈ। ਉਹਨਾਂ ਦੇ ਪ੍ਰੋਜੈਕਟ ਚੇਤਕ ਨੇ ਹਾਲ ਹੀ ਵਿੱਚ ਆਪਣਾ 47ਵਾਂ ਸਥਾਪਨਾ ਦਿਵਸ ਮਨਾਇਆ ਹੈ। ਪਰ ਸਵਾਲ ਇਹ ਹੈ ਕਿ ਕਿੱਥੇ ਮਨਾਇਆ ਹੈ? ਇਹ ਮਨਾਇਆ ਗਿਆ ਬੀਕਾਨੇਰ ਵਿੱਚ। ਪ੍ਰੋਜੈਕਟ ਚੇਤਕ ਲਈ ਇਹ ਇੱਕ ਵੱਡਾ ਮੀਲ ਪੱਥਰ ਹੈ।
ਇੱਕ ਰਿਪੋਰਟ ਹੈ ਐਕਸੈਸ ਨਾਓ ਦੀ, ਜਿਸ ਨੇ ਇੰਟਰਨੈਟ ਬੰਦ ਹੋਣ ਦੇ ਮਾਮਲਿਆਂ ਬਾਰੇ ਦੱਸਿਆ ਹੈ। ਸਵਾਲ ਇਹ ਹੈ ਕਿ ਦੁਨੀਆ ਭਰ ਵਿੱਚ ਇੰਟਰਨੈਟ ਬੰਦ ਕਰਨ ਵਿੱਚ ਭਾਰਤ ਦਾ ਕਿੰਨਵਾਂ ਨੰਬਰ ਹੈ? ਜਵਾਬ ਸ਼ਾਇਦ ਥੋੜਾ ਹੈਰਾਨ ਕਰੇ। ਭਾਰਤ ਇਸ ਮਾਮਲੇ ਵਿੱਚ ਦੂਜੇ ਨੰਬਰ ਤੇ ਹੈ। ਇਹ ਇੱਕ ਕਾਫੀ ਚਿੰਤਾਜਨਕ ਅੰਕੜਾ ਹੈ। ਚਲੋ ਹੁਣ ਥੋੜਾ ਜੰਗਲਾਂ ਵੱਲ ਚਲਦੇ ਹਾਂ। ਇੱਕ ਵਾਈਲਡਲਾਈਫ ਸੈਂਚੁਰੀ ਖਬਰਾਂ ਵਿੱਚ ਸੀ। ਨਾਮ ਹੈ ਬਾਰਨਾਵਾ ਪਾਰਾ। ਇਹ ਕਿਹੜੇ ਸੂਬੇ ਵਿੱਚ ਸਥਿਤ ਹੈ? ਇਹ ਹੈ ਜੀ ਛੱਤੀਸਗੜ੍ਹ ਵਿੱਚ। ਜੋ ਵੀ ਸਥਾਨ ਖਬਰਾਂ ਵਿੱਚ ਹੁੰਦੇ ਨੇ ਉਹਨਾਂ ਬਾਰੇ ਪਤਾ ਹੋਣਾ ਬਹੁਤ ਜ਼ਰੂਰੀ ਹੈ। ਅਤੇ ਪਹਿਲੇ ਦੌਰ ਦਾ ਆਖਰੀ ਸਵਾਲ ਆ ਰਿਹਾ ਹੈ ਸਾਹਿਤ ਦੇ ਖੇਤਰ ਤੋਂ। ਸਾਹਿਤ ਅਕਾਦਮੀ ਯੁਵਾ ਪੁਰਸਕਾਰ 2025 ਤਹਿਤ ਹਿੰਦੀ ਭਾਸ਼ਾ ਲਈ ਇਹ ਸਨਮਾਨ ਕਿਸ ਨੂੰ ਦਿੱਤਾ ਗਿਆ? ਹਿੰਦੀ ਭਾਸ਼ਾ ਲਈ ਇਹ ਵਕਾਰੀ ਪੁਰਸਕਾਰ ਮਿਲਿਆ ਹੈ ਡਾਕਟਰ ਪਾਰਵਤੀ ਤਿਰਕੀ ਨੂੰ। ਬਹੁਤ ਵਧੀਆ, ਪਹਿਲਾ ਦੌਰ ਖਤਮ। ਹੁਣ ਵਾਰੀ ਹੈ ਦੂਜੇ ਤੇ ਆਖਰੀ ਦੌਰ ਦੀ, ਸਟੈਟਿਕ ਜੀਕੇ। ਇਹ ਉਹ ਸਵਾਲ ਨੇ ਜੋ ਕਦੀ ਨਹੀਂ ਬਦਲਦੇ ਅਤੇ ਹਮੇਸ਼ਾ ਅਹਿਮ ਰਹਿੰਦੇ ਨੇ। ਯਾਦ ਹੈ ਅਸੀਂ ਸੱਪਾਂ ਵਾਲੀ ਐਪ ਦੀ ਗੱਲ ਕੀਤੀ ਸੀ? ਉਸੇ ਨਾਲ ਜੁੜਿਆ ਇੱਕ ਸਵਾਲ ਆਉਣ ਵਾਲਾ ਹੈ, ਤਾਂ ਧਿਆਨ ਨਾਲ ਸੁਣਨਾ। ਤਾਂ ਸਟੈਟਿਕ ਜੀਕੇ ਦਾ ਪਹਿਲਾ ਸਵਾਲ ਸਾਡੇ ਵੋਟ ਦੇ ਅਧਿਕਾਰ ਨਾਲ ਜੁੜਿਆ ਹੈ। ਭਾਰਤੀ ਸੰਵਿਧਾਨ ਦੀ ਉਹ ਕਿਹੜੀ ਸੋਧ ਸੀ ਜਿਸ ਰਾਹੀਂ ਵੋਟ ਪਾਉਣ ਦੀ ਉਮਰ 21 ਤੋਂ ਘਟਾ ਕੇ 18 ਸਾਲ ਕਰ ਦਿੱਤੀ ਗਈ ਸੀ? ਇਹ ਬਦਲਾਅ ਕੀਤਾ ਗਿਆ ਸੀ 61ਵੀਂ ਸੰਵਿਧਾਨਕ ਸੋਧ ਰਾਹੀਂ। ਭਾਰਤੀ ਰਾਜਨੀਤੀ ਦਾ ਇੱਕ ਬਹੁਤ ਹੀ ਜ਼ਰੂਰੀ ਸਵਾਲ ਹੈ ਇਹ। ਅਗਲਾ ਸਵਾਲ ਭੂਗੋਲ ਤੇ ਵਿਗਿਆਨ ਨਾਲ ਜੁੜਿਆ ਹੋਇਆ ਹੈ। ਜਦੋਂ ਭੂਚਾਲ ਆਉਂਦਾ ਹੈ ਤਾਂ ਧਰਤੀ ਦੀ ਸਤ੍ਹਾ ਤੇ ਉਸ ਬਿੰਦੂ ਨੂੰ ਕੀ ਕਹਿੰਦੇ ਨੇ ਜੋ ਭੂਚਾਲ ਦੇ ਮੂਲ ਕੇਂਦਰ ਦੇ ਬਿਲਕੁਲ ਉੱਪਰ ਹੋਵੇ? ਉਸ ਨੂੰ ਕਹਿੰਦੇ ਹਨ ਐਪੀਸੈਂਟਰ। ਹਿੰਦੀ ਵਿੱਚ ਇਸ ਨੂੰ ਅਧਿਕੇਂਦਰ ਵੀ ਕਿਹਾ ਜਾਂਦਾ ਹੈ। ਲਓ ਜੀ, ਆ ਗਿਆ ਉਹ ਸਵਾਲ ਜਿਸ ਦੀ ਮੈਂ ਗੱਲ ਕਰ ਰਹੀ ਸੀ। ਵਿਗਿਆਨ ਦੀ ਉਹ ਕਿਹੜੀ ਸ਼ਾਖਾ ਹੈ ਜਿਸ ਵਿੱਚ ਖਾਸ ਤੌਰ ਤੇ ਸੱਪਾਂ ਬਾਰੇ ਪੜ੍ਹਾਈ ਕੀਤੀ ਜਾਂਦੀ ਹੈ? ਇਸ ਨੂੰ ਕਹਿੰਦੇ ਹਨ ਓਫੀਓਲੋਜੀ। ਦੇਖਿਆ ਕਿਵੇਂ ਕਰੰਟ ਅਫੇਅਰਸ ਦੇ ਸਟੈਟਿਕ ਜੀਕੇ ਆਪਸ ਵਿੱਚ ਜੁੜੇ ਹੋਏ ਨੇ? ਅਗਲਾ ਸਵਾਲ ਭਾਰਤ ਦੇ ਵਪਾਰਕ ਇਤਿਹਾਸ ਨਾਲ ਸੰਬੰਧਿਤ ਹੈ। FICCI ਯਾਨੀ ਕਿ ਫੈਡਰੇਸ਼ਨ ਆਫ ਇੰਡੀਅਨ ਚੈਂਬਰਸ ਆਫ ਕਾਮਰਸ ਐਂਡ ਇੰਡਸਟਰੀ, ਇਸ ਦੀ ਸਥਾਪਨਾ ਕਿਸ ਸਾਲ ਹੋਈ ਸੀ? ਇਹ ਸਾਲ ਸੀ 1927। ਭਾਰਤੀ ਵਣਜ ਦੇ ਇਤਿਹਾਸ ਦੀ ਇੱਕ ਬਹੁਤ ਅਹਿਮ ਤਾਰੀਖ। ਅਤੇ ਹੁਣ ਇਸ ਕੁਇਜ਼ ਦਾ ਆਖਰੀ ਤੇ 20ਵਾਂ ਸਵਾਲ। ਸਾਡੇ ਪਿਆਰੇ ਹਾਥੀ ਨੂੰ ਭਾਰਤ ਸਰਕਾਰ ਨੇ ਰਾਸ਼ਟਰੀ ਵਿਰਾਸਤੀ ਪਸ਼ੂ ਯਾਨੀ ਕਿ ਨੈਸ਼ਨਲ ਹੈਰੀਟੇਜ ਐਨੀਮਲ ਦਾ ਦਰਜਾ ਕਦੋਂ ਦਿੱਤਾ ਸੀ? ਇਹ ਕੀਤਾ ਗਿਆ ਸੀ ਸਾਲ 2010 ਵਿੱਚ। ਇਹ ਸਾਡੀ ਕੁਦਰਤੀ ਵਿਰਾਸਤ ਦੀ ਸੰਭਾਲ ਨਾਲ ਜੁੜਿਆ ਇੱਕ ਅਹਿਮ ਤੱਥ ਹੈ। ਤਾਂ ਇਹ ਸਨ ਅੱਜ ਦੇ 20 ਸਵਾਲ। ਅਸੀਂ ਖੇਡਾਂ 'ਚ ਹੋਈ ਜਿੱਤ ਤੋਂ ਲੈ ਕੇ ਸਰਕਾਰੀ ਸਕੀਮਾਂ, ਇਤਿਹਾਸਿਕ ਖੋਜਾਂ ਤੇ ਵਿਗਿਆਨ ਤੱਕ ਕਾਫੀ ਕੁਝ ਕਵਰ ਕੀਤਾ ਹੈ। ਜਿਵੇਂ ਅਸੀਂ ਸ਼ੁਰੂ 'ਚ ਕਿਹਾ ਸੀ, ਹਰ ਸਵਾਦ ਇੱਕ ਪੌੜੀ ਹੈ। ਤਾਂ ਹੁਣ ਸੋਚੋ, ਅੱਜ ਜਿਹੜੀਆਂ ਗਿਆਨ ਦੀਆਂ ਪੌੜੀਆਂ ਅਸੀਂ ਸਭ ਨੇ ਮਿਲ ਕੇ ਚੜ੍ਹੀਆਂ ਹਨ, ਇਹ ਸਾਨੂੰ ਕੱਲ੍ਹ ਕਿਹੜੀ ਮੰਜ਼ਿਲ ਤੇ ਲੈ ਕੇ ਜਾਣਗੀਆਂ? ਇਸੇ ਸਵਾਲ ਨਾਲ ਮਿਲਦੇ ਹਾਂ ਅਗਲੇ ਸੈਸ਼ਨ ਵਿੱਚ। ਧੰਨਵਾਦ।